17 people have died in a tragic incident in Amritsar's Majitha area today. Apparently, they had consumed spurious liquor, which led to their death. I'm Ruchika M. Khanna, and in today's episode of Decode Punjab, I'm joined by my colleague, Mr. Sanjeev Baryana, as we bring to you the latest on this front. ਸੰਜੀਵ ਜੀ ਅੱਜ ਇਹ ਜਿਹੜਾ ਉੱਥੇ ਟ੍ਰੈਜਡੀ ਹੋਈ ਆ ਮਜੀਠੇ ਏਰੀਆ 'ਚ ਇਹ ਕੀ ਹੈਗੀ ਆ ਬੇਸਿਕਲੀ ਜੀ ਜਿਹਨੂੰ ਇਲਿਸਿਟ ਸਪੂਰੀਅਸ ਲਿਕਰ ਕਹਿੰਦੇ ਬੇਸਿਕਲੀ ਤੇ ਉਹ ਪ੍ਰੋਬਲਮ ਹੈਗੀ ਹੈ ਜਿਹੜੀ ਕਿ ਸ਼ਰਾਬ ਦੇ ਵਿੱਚ ਮੀਥਾਨੋਲ ਮਿਕਸ ਕਰਕੇ ਹੁੰਦੀ ਉਹ ਸਸਤੀ ਹੋਣ ਕਰਕੇ ਉਹਨੂੰ ਇਹਦੇ ਵਿੱਚ ਮਿਲਾ ਦਿੱਤਾ ਜਾਂਦਾ ਹੈ। ਇਹ ਜਿਹੜੀ ਟ੍ਰੈਜਡੀ ਹੈ ਇਹ ਪੰਗਾਲੀ ਮਰਾੜੀ ਕਲਾਂ ਥਿਰੋਵਾਲ ਪਿੰਡ ਵਿੱਚ ਹੋਈ। ਕੇਸ ਤੇ ਜੀ ਸੋਮਵਾਰ ਸਵੇਰੇ ਆ ਗਏ ਸੀ, ਲੋਕਾਂ ਦੀ ਮੌਤ ਵੀ ਹੋ ਗਈ ਸੀ ਪਰ ਲੋਕਾਂ ਨੇ ਕਿਸੇ ਨੂੰ ਦੱਸਿਆ ਨਹੀਂ ਤੇ ਵੈਸੇ ਹੀ ਉਹਨਾਂ ਨੇ ਡਿਸਪੋਜ਼ ਕਰ ਦਿੱਤੇ ਸੀਗੇ। ਪਰ ਹੁਣ ਜਦੋਂ ਰੌਲਾ ਪੈ ਗਿਆ ਤਾਂ ਕਰਕੇ ਇਹ ਗੱਲ ਲੋਕਾਂ ਦੇ ਸਾਹਮਣੇ ਆਈ ਹੈ ਤੇ ਸਰਕਾਰ ਵੱਲੋਂ ਸਾਹਿਬ ਸਿੰਘ ਤੇ ਪਰਮਜੀਤ ਸਿੰਘ ਦੋ ਬੰਦੇ ਜਿਹੜੇ ਮੇਨ ਉਹਨਾਂ ਨੂੰ ਇਸ ਲਈ ਪਕੜਿਆ ਗਿਆ ਹੈਗਾ। ਇਸ਼ੂ ਉਹ ਨਹੀਂ, ਇਸ਼ੂ ਹੈ ਕਿ ਇਹ ਪੁਰਾਣੇ ਵੇਲਿਆਂ ਤੋਂ ਹੀ ਜਿਹੜੀ ਸ਼ਰਾਬ ਇਸ ਕੈਟੇਗਰੀ ਦੀ ਹੈ ਉਹ ਬੰਦੀ ਹੈ। ਵੈਸੇ ਸਾਨੂੰ ਵੀ ਪਤਾ ਹੈ, ਲੋਕਾਂ 'ਚ ਵੀ ਘਰਾਂ 'ਚ ਵੀ ਸਰਵ ਹੁੰਦੀ ਹੈ, ਪਰ ਇਸ 'ਚ ਸਭ ਤੋਂ ਵੱਡਾ ਜਿਹੜਾ ਇਸ਼ੂ ਹੈ ਉਹ ਤਾਂ ਇਹ ਹੈਗੀ ਇਲਿਸਿਟ ਹੋਣ ਕਰਕੇ ਇਹਦੇ ਅੰਦਰ ਕੋਈ ਮਾਪਦੰਡ ਨਹੀਂ ਹੁੰਦਾ ਕਿ ਕਿਹੜੀ ਚੀਜ਼ ਕਿੰਨੇ ਪੈਮਾਨੇ ਨਾਲ ਪੈਣੀ ਚਾਹੀਦੀ ਹੈ। ਲੋਕ ਤਾਂ ਜੀ ਇਹਦੇ 'ਚ ਮਰੀਆਂ ਹੋਈਆਂ ਛਿਪਕਲੀਆਂ ਵੀ ਪਾਉਂਦੇ ਆ, ਲੋਕ ਤਾਂ ਜੀ ਇਹਦੇ ਵਿੱਚ ਬਹੁਤ ਗਲਤ ਚੀਜ਼ਾਂ ਪਾਉਂਦੇ ਨੇ। ਸੋ ਇਸ ਕਰਕੇ ਇਹ ਪ੍ਰੋਬਲਮ ਹੈਗੀ ਹੈ। ਪਰ ਇਹਦੇ ਕਰਕੇ ਦੇਸ਼ ਆਪਣੇ ਸਟੇਟ ਦਾ ਜਿਹੜਾ ਮੂਡ ਜਿਹੜਾ ਬਿਲਕੁਲ ਪੋਲੀਟੀਕਲ ਹੋ ਗਿਆ ਲੱਗਦਾ। ਬਹੁਤ ਸਾਰੀ ਪੋਲਿਟਿਕਸ ਖੇਲੀ ਜਾ ਰਹੀ ਹੈ। ਤੁਸੀਂ ਕੀ ਦੇਖਦੇ ਹੋ ਕਿ ਕੀ ਹੋ ਰਿਹਾ, ਕਿਵੇਂ ਪਾਰਟੀਆਂ ਕਰ ਰਹੀਆਂ? ਸੰਜੀਵ ਜੀ ਇਹ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਜਿਹੜੀ ਅੱਜ ਇਹ ਟ੍ਰੈਜਡੀ ਹੋਈ ਆ, ਇੱਥੇ ਜਿਹੜਾ ਸ਼ਰਾਬ ਬਣਾ ਕੇ ਵੇਚੀ ਗਈ ਆ ਇਹਦੇ 'ਚ ਮਿਥੇਨੋਲ ਵਾਸ ਪ੍ਰੋਬੇਬਲੀ ਜਸਟ ਡਾਇਲੂਟਡ ਐਂਡ ਦੈਟ ਇਜ਼ ਵਾਟ ਵਾਸ ਸਰਵ ਟੂ ਥੀਸ ਪੀਪਲ। ਇਹਦੇ ਪਿੱਛੇ ਨਾ ਕਾਰਨ ਜਿਹੜਾ ਹੈਗਾ ਉਹ ਇੱਕ ਮੰਨਿਆ ਜਾ ਰਿਹਾ ਕਿ ਉੱਥੇ ਅੰਮ੍ਰਿਤਸਰ ਇਲਾਕੇ ਵਿੱਚ ਜਦੋਂ ਤੋਂ ਇਸ ਸਾਲ ਦੀ ਲਿਕਰ ਵੈਂਡਸ ਦੀ ਆਕਸ਼ਨ ਹੋਈ ਆ ਉੱਥੇ ਇੱਕ ਬਹੁਤ ਕੰਪੀਟੀਟਿਵ ਜਿਹਾ ਲਿਕਰ ਪ੍ਰਾਈਸ ਵਾਰ ਚੱਲ ਪਿਆ। ਉਹਦੇ 'ਚ ਉਹ ਹੋਇਆ ਜੀ ਕਿ 12 ਗਰੁੱਪ ਨੇ ਜਿਹੜੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਨੇ, ਉਹਨਾਂ 'ਚੋਂ 8 ਗਰੁੱਪ ਇੱਕ ਬੰਦੇ ਨੇ ਲੈ ਲਏ ਤੇ 4 ਗਰੁੱਪ ਦੂਜੇ ਬੰਦੇ ਨੇ ਲੈ ਰਹੇ। ਲਿਕਰ ਤੇ ਜਦੋਂ ਪ੍ਰਾਈਸਿੰਗ ਹੁੰਦੀ ਆ, ਸ਼ਰਾਬ ਦੀ ਪ੍ਰਾਈਸਿੰਗ ਹੁੰਦੀ ਆ ਤਾਂ ਇਹ ਕਿਹਾ ਜਾਂਦਾ ਵੀ ਮਿਨੀਮਮ ਸਪੋਰਟ ਪ੍ਰਾਈਸ ਤੇ ਲਿਕਰ ਵੇਚ ਮਿਨੀਮਮ ਰੀਟੇਲ ਪ੍ਰਾਈਸ ਤੇ ਇਟਸ ਕਾਲਡ ਮਿਨੀਮਮ ਰੀਟੇਲ ਪ੍ਰਾਈਸ ਤੇ ਲਿਕਰ ਵੇਚੀ ਜਾਊਗੀ। ਸਰ ਜਿਹੜਾ ਇੱਕ ਗਰੁੱਪ ਸੀਗਾ ਉਹ ਮਿਨੀਮਮ ਰੀਟੇਲ ਪ੍ਰਾਈਸ ਤੇ ਵੇਚ ਰਿਹਾ ਸੀਗਾ। ਜਿਹੜਾ ਦੂਜਾ ਗਰੁੱਪ ਸੀ ਉਹਨਾਂ ਕੋਲ 8 ਲਿਕਰ ਵੈਂਸੇ 8 ਲਿਕਰ ਗਰੁੱਪਸ ਨੇ। ਗਰੁੱਪ ਇਹਨਾਂ ਦੀ ਬੇਸਿਕਲੀ ਲਾਇਸੈਂਸਿੰਗ ਯੂਨਿਟ ਨੂੰ ਕਿਹਾ ਜਾਂਦਾ ਹੈ ਤੇ ਉਹਨਾਂ ਕੋਲ 8 ਗਰੁੱਪ ਸੀਗੇ। ਜਿਹੜੇ 8 ਗਰੁੱਪ ਵਾਲੇ ਸੀਗੇ ਉਹਨਾਂ ਨੂੰ ਤਕਲੀਫ ਹੋ ਰਹੀ ਸੀ ਵੀ ਇਹ ਘੱਟ ਰੇਟ 'ਚ ਵੇਚ ਰਿਹਾ ਤੇ ਸਾਡੇ ਪ੍ਰੋਫਿਟ ਘੱਟ ਹੋ ਰਹੇ ਨੇ। ਗੱਲ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਵੀ ਸ਼ਾਇਦ ਕੁਝ ਅਫਸਰਸ਼ਾਹੀ ਦੀ ਵੀ ਇੰਟਰਵੈਂਸ਼ਨ ਇਸ ਗੱਲ 'ਚ ਹੋਈ ਤੇ ਉਹਨੂੰ ਕਿਹਾ ਗਿਆ। ਇਹ ਇੱਕ ਅਲੱਗ ਲਿਕਰ ਵਾਰ ਹੋ ਗਿਆ। ਪਰ ਗੱਲ ਇਹ ਹੈਗੀ ਹੈ ਵੀ ਜਦੋਂ ਇਸ ਤਰ੍ਹਾਂ ਦੇ ਪ੍ਰਾਈਸ ਵਾਰਸ ਹੁੰਦੇ ਨੇ ਤਾਂ ਲੋਕੀ ਕੀ ਕਰਦੇ ਨੇ, ਦੇ ਗੋ ਫॉर द ਚੀਪਰ ਆਲਟਰਨੇਟਿਵਸ। ਕਰੈਕਟ। ਤੇ ਟ੍ਰੈਜਡੀ ਦੀ ਗੱਲ ਇਹ ਹੈਗੀ ਹੈ ਕਿ ਉਸ ਵੇਲੇ ਹੋ ਰਿਹਾ ਜਦੋਂ ਸਰਕਾਰ ਆਪਣਾ ਇੱਕ ਮੁਹਿੰਮ ਚਲਾ ਰਹੀ ਹੈ ਨਸ਼ਿਆਂ ਵਿਰੁੱਧ। ਉਸ ਮੁਹਿੰਮ ਦੇ ਅੰਦਰ ਇਸ ਤਰ੍ਹਾਂ ਦੀ ਐਡਿਕਸ਼ਨ ਤੋਂ ਡੈਥ ਹੋਣਾ, ਇਟ ਇਜ਼ ਵੈਰੀ ਸੈਡ, ਵੈਰੀ ਅਨਫੋਰਚੂਨੇਟ ਇੰਡੀਡ। ਸੋ ਸੰਜੀਵ ਜੀ ਅੱਜ ਸੀਐਮ ਮਾਨ ਤਾਂ ਉੱਥੇ ਹੁਣੇ ਜਾ ਕਰ ਆਏ ਨੇ ਤੇ ਉਹਨਾਂ ਨੇ ਆਪਣੀ ਇੱਕ ਸਟੇਟਮੈਂਟ ਜੋ ਵੀ ਉਹਨਾਂ ਨੇ ਦੇਣੀ ਸੀ ਉਹਨਾਂ ਨੇ ਇਹ ਵੀ ਕਿਹਾ ਹੈਗਾ ਵੀ ਇੱਥੇ ਹੀ ਹੈਜ਼ ਕਾਸਟ ਅਸਪਰਸ਼ਨਸ ਔਨ ਸਰਟਨ ਪੋਲੀਟੀਸ਼ੀਅਨਸ ਬੀਇੰਗ ਇਨਵੋਲਵਡ in this whole tragic smuggling of illicit liquor. So but what is the politics that is being played out? ਤੁਹਾਨੂੰ ਕੋਈ ਇਨਫੋਰਮੇਸ਼ਨ ਹੈਗੀ ਹੈ ਬਾਕੀ ਪੋਲੀਟੀਕਲ ਪਾਰਟੀਆਂ ਕੀ ਪੋਲਿਟਿਕਸ ਕਰ ਰਹੀਆਂ ਨੇ ਇਸ ਤੇ? ਜੀ ਸਭ ਤੋਂ ਵੱਡਾ ਬਿਆਨ ਤੇ ਸੁਨੀਲ ਜਾਖੜ ਜੀ ਦੇ ਰਹੇ ਨੇ ਜਿਨ੍ਹਾਂ ਨੇ ਕਿ ਸਿੱਧਾ ਨਾਮ ਮਨੀਸ਼ ਸਿਸੋਦੀਆ ਤੇ ਕੇਜਰੀਵਾਲ ਦਾ ਹੀ ਲਿਆ। ਉਹ ਤੇ ਕਹਿ ਰਹੇ ਕਿ ਜਦ ਦਿੱਲੀ ਵਿੱਚ ਹਾਰ ਚੁੱਕੇ ਤੇ ਪੰਜਾਬ 'ਚ ਬੈਠੇ ਕੀ ਕਰ ਰਹੇ ਔਰ ਉਹਨਾਂ ਲੀਡਰਾਂ ਕਹਿੰਦੇ ਇਹਨਾਂ ਦੇ ਲੀਡਰਾਂ ਦਾ ਨਾਮ ਸਿੱਧਾ ਦਿੱਲੀ ਦੇ ਵਿੱਚ ਜਿਹੜੀ ਕਿ ਲਿਕਰ ਵਾਰ ਜਿਹੜੀ ਇਲੀਗਲ ਲਿਕਰ ਦਾ ਕੇਸ ਜਿਹੜਾ ਉਸ ਵਿੱਚ ਇਹ ਜੇਲ੍ਹ 'ਚ ਵੀ ਬੈਠ ਕੇ ਆਏ ਨੇ। ਸੋ ਇੱਥੇ ਕੀ ਕਰ ਰਹੇ ਨੇ? ਇਹਦਾ ਮਤਲਬ ਇਹ ਲੋਕ ਡਾਇਰੈਕਟਲੀ ਇਨਵੋਲਵਡ ਨੇ, ਨੰਬਰ 1। ਨੰਬਰ 2 ਉਹ ਤੇ ਪੋਲੀਟੀਕਲ ਲੀਡਰਸ ਦਾ ਡਾਇਰੈਕਟ ਐਸੋਸੀਏਸ਼ਨ ਕਹਿ ਰਹੇ ਕਿ ਇਹਨਾਂ ਦੇ ਨਾਲ ਹੈਗੀ ਹੈ। ਪਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਉਹ ਕਹਿ ਰਹੇ ਕਹਿੰਦੇ ਕਿ ਅਸੀਂ ਤਾਂ ਗਵਰਨਰ ਨੂੰ ਮਿਲਾਂਗੇ, ਅਸੀਂ ਤੇ ਗਵਰਨਰ ਨੂੰ ਕਵਾਂਗੇ ਕਿ ਇਹ ਲੋਕਾਂ ਨੂੰ ਤੁਸੀਂ ਸਰਕਾਰੀ ਘਰ ਕਿਵੇਂ ਦਿੱਤੇ ਹੋਏ ਨੇ ਰਹਿਣ ਵਾਸਤੇ ਔਰ ਸਰਕਾਰੀ ਕੰਮਾਂ 'ਚ ਦਖਲ ਦੇਣ ਵਾਸਤੇ ਇਹਨਾਂ ਨੂੰ ਪੰਜਾਬ 'ਚੋਂ ਕੱਢ ਦਿੱਤਾ ਜਾਵੇ। ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਜੀ ਸਵੇਰੇ ਹੀ ਉਹਨਾਂ ਨੇ ਬਹੁਤ ਸਟਰੋਂਗ ਰਿਐਕਸ਼ਨ ਦਿੱਤਾ ਸੀ। ਉਹਨਾਂ ਨੇ ਬਿਲਕੁਲ ਸਰਕਾਰ ਨੂੰ ਕਿਹਾ ਸੀਗਾ ਕਿ ਨਿਖੱਦ ਹੈ ਔਰ ਬਲਕਿ ਇਨਵੋਲਵਡ ਹੈਗੀ। ਉਹ ਤਾਂ ਜਿਵੇਂ ਅੱਖਾਂ ਮੀਚ ਕੇ ਤਾਂ ਬੈਠ ਨਹੀਂ ਸਕਦੇ, ਕਿਸੇ ਦੀ ਅੱਖਾਂ ਮੀਚੀ ਹੋਈ ਇਹ ਕੰਮ ਹੋ ਨਹੀਂ ਸਕਦਾ ਕਿਸੇ ਦੀ ਇਨਵੋਲਵਮੈਂਟ ਤੋਂ ਬਿਨਾਂ। ਸੋ ਉਹਨਾਂ ਨੇ ਵੀ ਬਹੁਤ ਸਟ੍ਰਿਕਟ ਐਕਸ਼ਨ ਡਿਮਾਂਡ ਕੀਤਾ ਹੈ
ਤੇ ਕਾਂਗਰਸ ਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਹੈਗਾ ਕਿ ਸਰਕਾਰ ਨੂੰ ਇਹਦੇ ਤੇ ਕੋਈ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਹੈਗਾ। ਰੁਚਿਕਾ ਜੀ, ਇਹ ਤੇ ਕਹਿਣ ਵਾਲੀਆਂ ਗੱਲਾਂ ਜਿਹੜੀ ਕਿ ਸਾਰੀ ਪਾਰਟੀਆਂ ਵਾਲੇ ਖੁੱਲ ਕੇ ਕਹਿ ਰਹੇ ਨੇ, ਪਰ ਬਿਹਾਈਂਡ ਦੀ ਸੀਨਸ ਕੀ ਪੋਲਿਟਿਕਸ ਚੱਲ ਰਹੀ ਹੈ ਇਹਦੇ ਤੇ? ਤੁਸੀਂ ਕੀ ਦੇਖਦੇ ਹੋ ਕਿ ਕੀ ਰਾਜਨੀਤੀ ਖੇਲੀ ਜਾ ਰਹੀ ਹੈ? ਸੰਜੀਵ ਜੀ, ਰਾਜਨੀਤੀ ਤਾਂ ਹਰ ਇੱਕ ਇਸ਼ੂ ਤੇ ਪੰਜਾਬ 'ਚ ਅਨਫੋਰਚੂਨੇਟਲੀ ਹਰ ਇੱਕ ਇਸ਼ੂ ਤੇ ਖੇਡੀ ਜਾਂਦੀ ਆ, ਤੇ ਜਦੋਂ ਇਹੋ ਜਿਹੀ ਕੋਈ ਵੱਡੀ ਟ੍ਰੈਜਡੀ ਹੋ ਜਾਵੇ ਤਾਂ ਫਿਰ ਹੋਰ ਵੀ ਖੇਡੀ ਜਾਂਦੀ ਆ। ਆਪਾਂ ਦੇਖਿਆ ਵੀ ਲਾਸਟ ਈਅਰ ਸੰਗਰੂਰ ਵਿੱਚ ਟ੍ਰੈਜਡੀ ਹੋਈ, ਉੱਥੇ ਵੀ 20 ਲੋਕੀ ਮਰ ਗਏ ਸੀ ਕਿਉਂਕਿ ਉਹ ਸੀਐਮ ਦੀ ਹੋਮ ਡਿਸਟ੍ਰਿਕਟ ਹੈਗੀ ਆ, ਉਸ ਤੇ ਵੀ ਉੱਥੇ ਪੋਲਿਟਿਕਸ ਖੇਡੀ ਗਈ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਏਗਾ 2020 ਵਿੱਚ ਅੰਮ੍ਰਿਤਸਰ ਤਰਨਤਾਰਨ 'ਚ ਇੱਕ ਇੰਸੀਡੈਂਟ ਹੋਇਆ ਸੀ, 123 ਲੋਕੀ ਮਰ ਗਏ ਸੀ ਜੀ, ਇਲਿਸਿਟ ਸ਼ਰਾਬ ਪੀ ਕੇ, ਬਿਲਕੁਲ। ਤੇ ਉੱਥੇ ਵੀ ਪੋਲਿਟਿਕਸ ਕਾਫੀ ਖੇਡੀ ਗਈ। ਬਟ ਅੱਜ ਜਿਹੜਾ ਸੀਐਮ ਭਗਵੰਤ ਮਾਨ ਜਦੋਂ ਇੱਥੇ ਗਏ ਨੇ ਇਹਨਾਂ ਪਿੰਡਾਂ 'ਚ ਜਿੱਥੇ ਡੈਥਸ ਹੋਈਆਂ ਨੇ ਤੇ ਲੋਕਾਂ ਨੂੰ ਮਿਲੇ ਨੇ, ਉਹਨਾਂ ਨੇ ਇੱਕ ਬੜੀ ਇੰਟਰਸਟਿੰਗ ਗੱਲ ਕਹੀ। ਉਹਨਾਂ ਨੇ ਇਹ ਕਿਹਾ ਵੀ ਇੱਥੇ ਅਫਸਰਸ਼ਾਹੀ, ਪੁਲਿਸ ਵਾਲੇ ਤੇ ਪੋਲੀਟੀਸ਼ੀਅਨਸ ਤਿੰਨੋਂ ਇਨਵੋਲਵ ਨੇ। ਤੇ he in fact he did not say it once, he reiterated it, again and again, saying that all three parts of the government are involved in this. So who are the people involved? I'm sure everybody wants to know. And why should such tragedies happen in Punjab every few years, and why is no action being taken? So ਹੁਣ ਸਰਕਾਰ ਦਾ ਤਾਂ ਇਹ ਕਹਿਣਾ ਹੈਗਾ ਕਿ ਇਹ ਜਿਹੜੀ ਮੈਥਨੋਲ ਨੇ ਇਹ ਲੋਕੀ ਆਨਲਾਈਨ ਪਲੇਟਫਾਰਮਸ ਤੋਂ ਬਣਾਉਂਦੇ ਨੇ। ਇਟਸ ਐਨ ਆਨਲਾਈਨ ਮਾਰਕੀਟ ਪਲੇਸ, ਯੂ ਡੂ ਨਾਟ ਨੋ ਹੂ ਦ ਬਾਇਰ ਇਜ਼ ਐਂਡ ਯੂ ਡੂ ਨਾਟ ਨੋ ਹੂ ਦ ਸੈਲਰ ਇਜ਼। ਸੋ ਐਜ਼ ਅ ਰਿਜ਼ਲਟ in that garb of anonymity, people get methanol and then they're using it. But there has to be something that has to be done to ensure कि ਇਹੋ ਜਿਹੇ incidents ਦੁਬਾਰਾ ਨਾ ਹੋਣ। You were right. A few years back, it had happened that industrialist from Ludhiana was caught. He had supplied about three cans of methanol to it. So there is also involvement of those people, and government had tried to catch its hand on that. Sanjeev ji, from the point of law, I'd like to ask you, what should be done, in such cases where people who are involved in causing so much of death and destruction by, supplying this illicit liquor? If I remember correctly, in 2021, this was right after the Amritsar Hoosh tragedy where 123 people had died. The Punjab cabinet, the then cabinet, had passed a decision saying that we'll award death penalty to people involved. What happened to it? Since the issue involved death penalty, the issue of death penalty would have to be sent by the state to the Center for a Clarification to be involved in the Bharatiya Nyaya Sanhita. Even before this, when the state had passed a death penalty for those indulging in sacrilege, it could not be implemented because of the legal thing. But the state, besides, since it's not been passed, the state, according to the law Punjab Excise Act of 1917, has punishment varying 3 to 5 years for those indulging in this trade. And the people who are involved in a bigger thing, in tragedy, which could lead to tragedies like death, those people are bound to serve life sentences. This is what the act says as of now. So this is one of the big reasons, not reasons, but a real reality of that those involved in this trade are often let out in the open again, or they come out back and they're back to the same things. Thank you, Sanjeev. Thank you, viewers, for watching this episode of Decode Punjab. Please continue to read your favorite newspaper, which is the Tribune. Do watch us on all our social media handles across X, on Instagram and on Facebook. Do subscribe to the Tribune YouTube channel. Thank you.